ਇਹ ਕੀ ਕਰਦੇ ਹੈ ਕਿ ਬਲੈਕ ਕਰਨ ਵਾਸਤੇ ਯਾਨੀ हेरा फेरी ਕਰਨ ਵਾਸਤੇ 6-6 ਫੁੱਟ ਤੱਕ ਪੱਟ ਦਿੰਦੇ ਆ। 10-10 ਫੁੱਟ ਸਾਡੇ ਕੋਲ ਹੁੰਦੇ ਆ ਕਈ ਵਾਰੀ ਫੁੱਟੇਜ। ਅਗਰ ਤੁਹਾਡੇ ਕੋਲ ਇਹ ਹੈ ਤਾਂ ਇਹਦੇ ਵਰਗੇ ਤਾਂ ਵਾਇਲੇਸ਼ਨ ਹੋ ਹੀ ਨਹੀਂ ਸਕਦੀ। ਤਾਂ ਉਹ ਸਿਰਫ ਪਰਮਿਸ਼ਨ ਉੱਥੋਂ ਪੱਟ ਕੇ ਰੇਲਵੇ ਤੱਕ ਦੀ ਹੈ। ਇਹ ਨਹੀਂ ਹੈਗੀ ਕਿ ਉਹਦੇ ਜੂਰਿਸਡਿਕਸ਼ਨ ਤੋਂ ਬਾਹਰ ਚਲੇ ਜਾਣ। ਹੁਣ 2 ਮਹੀਨੇ ਤੋਂ ਚੱਲ ਰਿਹਾ ਲਗਾਤਾਰ ਕੰਮ। ਕਿੰਨੀਆਂ ਗੱਡੀਆਂ ਪਰ ਪਹਿਲਾਂ ਭਰਿਆ ਚੁਕਾਏ ਨੇ 8 ਕਿੱਲੇ ਇੱਕ ਨੇ। ਇਹ ਤਾਂ ਅਸਲਮਾਨਾ 3 ਸਾਲ ਹੋ ਗਏ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਮਾਈਨਿੰਗ ਐਕਟ ਬਣਿਆ, ਜਿਹੜਾ ਕਿ ਅਗਰ ਤੁਸੀਂ ਦੱਸ ਰਹੇ ਹੋ ਕਿ ਪੱਟਦੇ ਆ ਉੱਥੋਂ, ਟਰੈਕ ਤੇ ਜਾਂਦੀ ਨਹੀਂ ਔਰ ਰਸਤੇ 'ਚ ਕਿਤੇ ਵਿਕ ਜਾਂਦੀ ਹੈ ਜੀ, ਤਾਂ ਬਹੁਤ ਵੱਡਾ offense ਹੈ। ਤੇ ਅਫਸਰ ਮਾਈਨਿੰਗ ਵਾਲੇ ਕੋਈ ਨਹੀਂ ਆਉਂਦੇ ਇੱਥੇ? ਹੁਣ ਪੂਰੇ ਕੋਈ ਨਹੀਂ ਆਉਂਦੇ ਹੈਗੇ। ਇੱਕ ਵਾਰੀ ਦੇਖੇ ਨੇ ਮੈਂ, ਇੱਕ ਦਿਨ ਆਉਂਦੇ, ਉਹ ਮੈਂ ਕੋਠੀ ਦੇ ਉੱਪਰ ਚੜ ਕੇ ਦੇਖੀ, ਬਸ ਉਹ ਚੱਲਦਾ ਪੈਸਾ ਅਫਸਰ ਜੀ ਡਿਪਾਰਟਮੈਂਟ ਜੀ। ਤਾਂ ਡਿਪਾਰਟਮੈਂਟ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਹੁੰਦਾ ਹੀ ਨਹੀਂ। ਉੱਥੋਂ ਦਾ SDO SC ਕੀ ਕਰ ਰਹੇ ਹੈ ਬੈਠੇ? ਉਹਨਾਂ ਦੀ ਡਿਊਟੀ ਕੀ ਹੈ? ਅਗਰ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਵੀ ਤੁਸੀਂ ਇਸ ਤਰ੍ਹਾਂ ਕਰਕੇ ਤੁਹਾਡੇ ਫਲਾਣੇ ਪਿੰਡ ਚੋਂ ਮਿੱਟੀ ਬਲੈਕ ਹੋ ਰਹੀ ਹੈ ਤਾਂ ਵੀ ਤੁਸੀਂ ਉਸ ਚੀਜ਼ ਨੂੰ ਦੇਖੋ ਜੀ, ਤਾਂ ਉਹ ਨਹੀਂ ਦੇਖਦੇ ਤਾਂ ਉਹਨਾਂ ਦੀ ਮਿਲੀ ਭੁਗਤ ਸਾਫ਼ ਹੈ। ਹੁਣ ਟਿੱਪਰ ਹੈ, ਇੱਕ ਮਿੱਟੀ ਦਾ ਟਿੱਪਰ 5-5 ਹਜ਼ਾਰ ਚ ਵੇਚ ਕੇ, ਯਾਨੀ ਕਿ ਇੱਕ 500 ਰੁਪਏ ਦੀ ਚੀਜ਼ 5000 ਨੂੰ ਵਿਕ ਰਹੀ ਹੈ, ਤਾਂ ਇਹਦੇ ਚ ਕਲੀਅਰ ਕੱਟ ਹੈ ਕਿ ਡਿਪਾਰਟਮੈਂਟ ਦੀ ਮਿਲੀ ਭਗਤ ਹੈ, ਆਫੀਸਰ ਦੀ ਮਿਲੀ ਭਗਤ ਹੈ। ਹਾਂ, ਕਈ ਵਾਰੀ ਅਸੀਂ ਅਫਸਰਾਂ ਨੂੰ ਸਵਾਲ ਵੀ ਕੀਤੇ ਨੇ ਵੀ ਇਹਨਾਂ ਦੀ ਟਾਈਮਿੰਗ ਤਾਂ ਕੋਈ ਹੋਊਗੀ ਕਿ ਦਿਨ ਰਾਤ ਇਹ ਮਿੱਟੀ ਪੱਟ ਵੇਚੀ ਜਾਣਗੇ? ਕੋਈ ਟਾਈਮਿੰਗ ਨਹੀਂ। ਰਾਤ ਨੂੰ ਦੇਖ ਲਓ, ਰਾਤ ਨੂੰ ਟਿੱਪਰ ਚੱਲ ਰਹੇ ਨੇ, ਦਿਨ 'ਚ ਦੇਖ ਲਓ, ਦਿਨ 'ਚ ਟਿੱਪਰ ਚੱਲ ਰਹੇ ਨੇ। ਕੋਈ ਅਫਸਰ ਇਹਨਾਂ ਨੇ ਅਪੁਆਇੰਟ ਕੀਤਾ ਹੋਊਗਾ ਉੱਥੇ ਜਿਹੜਾ ਰੈਗੂਲਰ ਰਿਪੋਰਟ ਦਿੰਦਾ ਹੋਊਗਾ ਵੀ ਇੰਨੀ ਮਿੱਟੀ ਡੇਲੀ ਪੱਟੀ ਜਾ ਸਕਦੀ ਹੈ, ਇੰਨੀ ਇਹਦੀ ਡੈਪਥ ਹੈ। ਜਦੋਂ ਅਸੀਂ 3 ਮਹੀਨੇ ਪਹਿਲਾਂ ਜਾਣਕਾਰੀ ਡਿਪਾਰਟਮੈਂਟ ਨੂੰ ਦੇਤੀ, 3 ਮਹੀਨੇ ਬਾਅਦ ਵੀ ਅੱਜ ਤੁਸੀਂ ਗੱਲ ਕਰੋ ਤਾਂ ਉਹੀ ਗੱਲ ਕਰਨਗੇ। ਅਸੀਂ ਦੇਖ ਰਹੇ ਹਾਂ, ਅਸੀਂ ਕਰ ਰਹੇ ਹਾਂ। SG वाले वही SG बिल्डकॉन है जी, GS बिल्डकॉन, उन्होंने ठेका ठुका लिखा है। ਅੱਛਾ, ਤੇ ਇਹ ਉੱਥੋਂ ਜਿਹੜੀ ਮਿੱਟੀ ਚੱਕ ਕੇ ਇਹਨੂੰ ਸੇਲ ਕਰ ਸਕਦੇ ਲੋਕਾਂ ਨੂੰ? नहीं जी, तो वैसा तो ਜਿਹੜਾ ਹੈਗਾ ਆਪਣਾ आई थिंक रेलवे से लिखी है उन्होंने। ਪਰ ਉਹਦੀ ਮਿੱਟੀ ਤਾਂ ਸੇਲ ਹੋ ਰਹੀ ਹੈ SDO ਸਾਹਿਬ। ਮੇਰੀ ਨੌਲੇਜ ਚ ਇਹ ਗੱਲ ਐਗਜ਼ੈਕਟਲੀ ਹੈ ਨਹੀਂ ਹੈਗੀ, ਤੇ ਹੈਗੀ ਤਾਂ ਆਪਾਂ ਨੂੰ ਚੈੱਕ ਕਰਵਾ ਲੈਂਦੇ ਹਾਂ। ਕਰਕਰ ਸਾਹਿਬ, ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਦੱਸ ਰਿਹਾ, ਇਹਨੂੰ ਮਹਿੰਗਾ ਕਰਨ ਦਾ ਸਿਸਟਮ ਹੈ। ਜਿਹੜੇ ਬਾਕੀ ਠੇਕੇਦਾਰ ਨੇ ਜਿਨ੍ਹਾਂ ਨੂੰ ਪਰਮਿਸ਼ਨਾਂ ਸਰਕਾਰ ਤੋਂ ਨਹੀਂ ਮਿਲ ਰਹੀਆਂ, ਅਪਲਾਈ ਵੀ ਕੀਤੀਆਂ ਨੇ, ਉਹਨਾਂ ਨੂੰ ਤਾਂ ਇਹ ਵੱਡੇ ਠੇਕੇਦਾਰ ਜੇ ਕਿਤੇ ਮਾੜੀ ਮੋਟੀ ਮਿੱਟੀ ਚੱਕਦੇ ਨੇ, ਅਫਸਰਾਂ ਨਾਲ ਰਲ ਮਿਲ ਕੇ ਉਹਨਾਂ ਤੇ ਪਰਚਾ ਦਰਜ ਕਰਾਉਂਦੇ। ਇਹਦਾ ਕਾਰਨ ਵੀ ਸਾਡਾ ਮਾਲ ਮਹਿੰਗਾ ਵਿਕੇ। ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਸਲ ਸੱਚ। ਮੈਂ ਹਾਂ ਮੋਹਨ ਮਕਬੂਲ। ਦੋਸਤੋ, ਅੱਜ ਗੱਲਬਾਤ ਜਿਸ ਵਿਸ਼ੇ ਤੇ ਕਰਨ ਲਈ ਅਸੀਂ ਜੁੜੇ ਹਾਂ, ਉਹ ਵਿਸ਼ਾ ਆਪਣੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਕਿਸ ਤਰ੍ਹਾਂ ਮਾਈਨਿੰਗ, ਜਿਸ ਤਰ੍ਹਾਂ ਹਰ ਬੰਦੇ ਨੂੰ, ਇਨਸਾਨ ਨੂੰ ਆਪਣਾ ਘਰ ਬਣਾਉਣ ਦੀ ਜ਼ਰੂਰਤ ਹੈ। ਘਰ ਦੇ ਵਿੱਚ ਜੋ ਮਟੀਰੀਅਲ ਲੱਗਦਾ ਹੈ, ਮਟੀਰੀਅਲ ਆਉਂਦਾ ਇੱਕ ਸੀਮੈਂਟ ਦੇ ਵਿੱਚ ਜੋ ਰਲਦਾ ਹੈ ਰੇਤਾ, ਤੇ ਉਸੇ ਦੇ ਨਾਲ ਘਰ ਦੀ ਜਦੋਂ ਚਣਾਈ ਹੁੰਦੀ ਹੈ ਤਾਂ ਹੁੰਦੀ ਹੈ ਮਿੱਟੀ ਦੇ ਵਿੱਚ। ਸਭ ਨੂੰ ਪਤਾ ਆਪਾਂ ਨੂੰ। ਪਰ ਇਹ ਸਰਕਾਰਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਲੁੱਟਣ ਦਾ ਇੱਕ ਜ਼ਰੀਆ ਬਣਾ ਰੱਖਿਆ, ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿਸ ਤਰ੍ਹਾਂ ਲੋਕਾਂ ਦੀ ਲੁੱਟ ਹੋ ਰਹੀ ਹੈ ਇਸ ਦੇ ਨਾਲ। ਜੀ ਹਾਂ, ਜੇ ਸਰਕਾਰ ਨੇ ਠੇਕੇ ਦਿੱਤੇ ਨੇ, ਮਾਈਨਿੰਗ ਕਰਨ ਦੇ ਠੇਕੇ ਦਿੱਤੇ ਹੋਏ ਨੇ, ਕੋਈ ਰਾਜਸਥਾਨ ਦੀ ਕੰਪਨੀ ਹੈ, ਕੋਈ ਪੰਜਾਬ ਦੀ ਕੰਪਨੀ ਹੈ, ਜਾਂ ਕੋਈ ਕਿਤੇ ਦੀ ਕੰਪਨੀ ਹੈ, ਜੋ ਰੇਟ ਉੱਥੇ ਚੱਲਦਾ ਹੈ ਉਸ ਤੋਂ ਤਕਰੀਬਨ 4 ਗੁਣਾ ਵੱਧ ਉਹ ਕੰਪਨੀਆਂ ਜਾਂ ਠੇਕੇਦਾਰ ਪੈਸੇ ਵੱਧ ਲੈ ਕੇ ਲੋਕਾਂ ਨੂੰ ਲੁੱਟਦੇ ਨੇ। ਪਰ ਅੱਜ ਅਸੀਂ ਗੱਲ ਕਰਾਂਗੇ ਪਟਿਆਲੇ ਦੀ। ਪਟਿਆਲੇ ਦੇ ਪਹਿਲਾਂ ਵੀ ਅਸੀਂ ਅਕਸਰ ਐਪੀਸੋਡ ਦਿਖਾਏ ਨੇ, ਜਿਹੜੇ ਮਿੱਟੀ ਨੂੰ ਵੇਚਦੇ ਨੇ ਲੋਕ। ਖੇਤਾਂ ਦੇ ਵਿੱਚੋਂ ਮਿੱਟੀ ਨੂੰ ਚੱਕਣਾ, ਮਿੱਟੀ ਨੂੰ ਅੱਗੇ ਵੇਚਣਾ। ਜੇ ਇਹ ਆਮ ਹੋਵੇ, ਖੁੱਲੀ ਚੀਜ਼ ਜਦੋਂ ਵਿਕਦੀ ਹੈ ਤਾਂ ਕਹਿੰਦੇ ਉਹਦਾ ਰੇਟ ਵੀ ਘਟਦਾ ਹੈ। ਜਦੋਂ ਸਕੰਜਾ ਕੱਸਿਆ ਜਾਵੇ, ਫਿਰ ਕੁਝ ਚਤਰ ਚਲਾਕ ਲੋਕ ਆਪਣੀਆਂ ਸਕੀਮਾਂ ਦੇ ਨਾਲ ਕਿਵੇਂ ਲੋਕਾਂ ਨੂੰ ਲੁੱਟਦੇ ਨੇ, ਅੱਜ ਅਸੀਂ ਉਸ ਵਿਸ਼ੇ ਤੇ ਗੱਲ ਕਰਨੀ ਹੈ।
ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਐਡਵੋਕੇਟ ਸ੍ਰੀ ਸਤੀਸ਼ ਕਰਕਰਾ ਜੀ ਜੁੜੇ ਨੇ। ਕਰਕਰਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਤੁਹਾਡਾ ਵੀ ਧੰਨਵਾਦ ਮਕਬੂਲ ਜੀ। ਕਰਕਰਾ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ, ਪਟਿਆਲੇ ਦੀ ਆਪਾਂ ਗੱਲ ਕਰਦੇ ਹਾਂ ਜੀ। ਪਟਿਆਲੇ ਦੇ ਵਿੱਚ ਇਸ ਟਾਈਮ ਪਿਛਲੇ 5-7 ਮਹੀਨਿਆਂ ਤੋਂ ਅਸੀਂ ਲੋਕਡਾਊਨ ਤੋਂ ਦਿਖਾਉਂਦੇ ਆ ਰਹੇ ਹਾਂ, ਟਿੱਪਰ, ਮਿੱਟੀ ਨਾਲ ਭਰੇ ਹੋਏ ਟਿੱਪਰ ਕਈ ਖੇਤਾਂ 'ਚੋਂ ਆਉਂਦੇ ਨੇ। ਲੋਕ ਇਤਰਾਜ਼ ਵੀ ਕਰਦੇ ਨੇ। ਲੋਕਾਂ ਨੇ ਇਹ ਵੀ ਦੱਸਿਆ ਵੀ 2-2 4-4 ਮਹੀਨੇ ਤੋਂ ਇਹ ਟਿੱਪਰ ਇੱਥੋਂ ਖੇਤਾਂ 'ਚੋਂ ਮਿੱਟੀ ਪੱਟ ਕੇ ਵੇਚ ਰਹੇ ਨੇ। ਕੋਈ ਜ਼ਿਮੀਂਦਾਰ ਵੇਚਦਾ, ਇਹ ਉਹ ਪਤਾ ਨਹੀਂ ਕਿਹੜੇ ਰੇਟ ਨੂੰ ਵੇਚਦਾ, ਪਰ ਸਾਡੇ ਕੋਲੇ ਜਦੋਂ ਲੋਕਾਂ ਕੋਲੇ ਪਹੁੰਚਦੇ ਨੇ 5-5 ਹਜ਼ਾਰ ਦਾ ਅੱਜ ਟਿੱਪਰ ਵਿਕ ਰਿਹਾ। ਤੇ ਕੀ ਇਹ ਜਾਇਜ਼ ਚੱਲ ਰਿਹਾ ਸਾਰਾ ਕੁਝ? ਫਿਰ ਅੱਗੇ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਵਿਸਥਾਰ। ਮਕਬੂਲ ਜੀ, ਇਸ ਤਰ੍ਹਾਂ ਹੈ ਕਿ ਮਾਈਨਸ ਐਂਡ ਮਿਨਰਲ ਐਕਟ ਜਿਹੜਾ ਹੈ ਨਾ ਜੀ, ਉਹ ਅਲੱਗ ਬਣਿਆ ਹੋਇਆ ਹੈ। ਉਹਦੇ ਵਿੱਚ ਕੁਝ ਪਾਬੰਦੀਆਂ ਕਿ ਜਿਹੜਾ ਕਿ ਮਿੱਟੀ ਪੁੱਟਣ ਦੀਆਂ ਜੀ, ਕਿ ਬੇਮਤਲਬ ਤੁਸੀਂ ਕਿਤੋਂ ਵੀ ਮਿੱਟੀ ਚੱਕ ਕੇ ਦੂਜੀ ਜਗ੍ਹਾ ਤੇ ਪਾ ਦਿਓ, ਉਹਦੀ ਪਰਮਿਸ਼ਨ ਜ਼ਰੂਰੀ ਹੈ ਜੀ। ਤਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ, ਇਸੇ ਤਰ੍ਹਾਂ ਹੀ ਪਾਣੀ ਦੇ ਪ੍ਰਤੀ ਪਾਬੰਦੀਆਂ ਜੀ। ਤਾਂ ਤੁਸੀਂ ਮਿੱਟੀ ਦੀ ਗੱਲ ਕੀਤੀ ਅੱਜ, ਤਾਂ ਜਿਹੜਾ ਮਾਈਨਿੰਗ ਐਕਟ ਦੇ ਅੰਡਰ ਆਉਂਦਾ ਹੈ, ਆਪਾਂ ਖੇਤਾਂ ਚੋਂ ਮਿੱਟੀ ਪੱਟ ਕੇ ਕਿਤੇ ਵੀ ਨਹੀਂ ਸਿੱਟ ਸਕਦੇ ਬਿਨਾਂ ਇਜਾਜ਼ਤ ਤੋਂ ਜੀ। ਅੱਗੇ ਗੱਲ ਹੋਰ ਹੈ ਕਿ ਤੁਹਾਨੂੰ ਮਿੱਟੀ ਪੱਟਣ ਦੀ ਇਜਾਜ਼ਤ ਉਸ ਟਾਈਮ ਮਿਲੂਗੀ ਜਦੋਂ ਦੂਜੀ ਜਗ੍ਹਾ ਤੇ ਉਹਦੀ ਰਿਕੁਆਇਰਮੈਂਟ ਜ਼ਰੂਰੀ ਹੈ ਜੀ। ਨੰਬਰ 2 ਕਿ ਮਿੱਟੀ ਕਿਸ ਹੱਦ ਤੱਕ ਪੱਟਣੀ ਹੈ, 1 ਫੁੱਟ, 2 ਫੁੱਟ, 1.5 ਫੁੱਟ ਜੀ। ਨਹੀਂ ਤਾਂ ਸਾਰੇ ਖੇਤ ਖਾਲੀ ਹੋ ਜਾਣਗੇ, ਉਹ ਤਾਂ ਉਪਜਾਊ ਮਿੱਟੀ ਤਾਂ ਵੈਸੇ ਹੀ ਖਤਮ ਹੈ, ਖਤਮ ਹੋ ਜੂਗੀ ਮਿੱਟੀ। ਔਰ ਜਿੱਥੇ ਤੁਸੀਂ ਪਾਉਣ ਜਾ ਰਹੇ ਹੋ ਉੱਥੇ ਉਹਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਜਿੱਥੇ ਕੋਈ ਟਿੱਬੇ ਹੈ ਉੱਥੋਂ ਮਿੱਟੀ ਚੱਕ ਲਓ, ਕਿਉਂਕਿ ਉਹ ਸਰਪਲਸ ਹੈ। ਓਕੇ। ਦੂਜੀ ਜਗ੍ਹਾ ਤੇ ਪਾ ਦਿਓ, ਬਰਾਬਰ ਹੋ ਗਿਆ। ਲੇਕਿਨ ਅਗਰ ਤੁਸੀਂ ਕਿਸੇ ਨੀਵੀਂ ਜਗ੍ਹਾ ਤੋਂ ਹੀ ਮਿੱਟੀ ਪੱਟ ਰਹੇ ਹੋ, ਇਹ ਵਾਇਲੇਸ਼ਨ ਹੈ, ਇਹ ਕਾਨੂੰਨ ਦੀ ਉਲੰਘਣਾ ਹੈ ਮਾਈਨਿੰਗ ਐਕਟ ਦੇ ਵਿੱਚ। ਜੀ। ਕਰਕਰ ਸਾਹਿਬ, ਮਾਈਨਿੰਗ ਵਿਭਾਗ ਇੱਕ ਬਣਿਆ ਹੋਇਆ ਜੀ, ਉਹ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਪਰ ਪਟਿਆਲੇ ਦੇ ਵਿੱਚ ਅਸੀਂ ਪਿਛਲੇ ਲੰਮੇ ਸਮੇਂ ਤੋਂ ਕਈ ਵਾਰੀ ਐਪੀਸੋਡ ਦਿਖਾਏ ਨੇ, ਕਿਸੇ ਕੋਲੇ ਵੀ ਮਿੱਟੀ ਪੱਟ ਕੇ ਵੇਚਣ ਦੀ ਪਰਮਿਸ਼ਨ ਵਿਭਾਗ ਕਹਿੰਦਾ ਨਹੀਂ ਦਿੱਤੀ ਹੋਈ। ਹਾਂ, ਜੋ ਅੱਜ ਮੇਨ ਵਿਸ਼ਾ ਸਾਡਾ ਇਹੀ ਹੈ ਵੀ ਕਈ ਚਤਰ ਚਲਾਕ ਲੋਕ ਨੇ ਜਿਹੜੇ ਕਿਸ ਤਰ੍ਹਾਂ ਲੋਕਾਂ ਨੂੰ ਤੇ ਸਰਕਾਰ ਨੂੰ ਬੇਵਕੂਫ ਬਣਾਉਂਦੇ ਨੇ ਜੀ। ਉਹ ਕਹਿੰਦੇ ਅਸੀਂ ਰਾਇਲਟੀ ਭਰੀ ਹੋਈ ਹੈ, ਅਸੀਂ ਮਿੱਟੀ ਚੱਕ ਕੇ ਵੇਚ ਸਕਦੇ ਹਾਂ। ਅਸੀਂ ਗਹਿਰਾਈ ਤੱਕ ਗਏ, ਅਫਸਰਾਂ ਨਾਲ ਗੱਲਬਾਤ ਵੀ ਕੀਤੀ। ਇੱਥੇ ਦੀ ਕੋਈ ਫਰਮ ਹੈਗੀ ਆ ਜਿਹੜੀ ਠੇਕੇਦਾਰ ਨੇ ਪਟਿਆਲੇ ਦੇ, ਉਹਨਾਂ ਨੇ ਅੱਗੇ ਦੀ ਅੱਗੇ ਕਿਸੇ ਤੋਂ ਲਿਆ ਹੋਇਆ ਠੇਕਾ। ਉਹ ਠੇਕਾ ਹੈਗਾ ਜੀ ਮਿੱਟੀ ਪੱਟ ਕੇ ਖੇਤ ਦੇ ਵਿੱਚੋਂ ਰੇਲਵੇ ਟਰੈਕ ਤੇ ਪਾਉਣ ਦਾ। ਸਰਕਾਰੀ ਅਦਾਰੇ ਆ, ਰੇਲਵੇ ਟਰੈਕ ਤੇ ਮਿੱਟੀ ਪਾਉਣ ਦਾ ਕੋਈ ਠੇਕਾ ਹੈ। ਪਰ ਜਦੋਂ ਇਸ ਗਹਿਰਾਈ 'ਚ ਅਸੀਂ ਗਏ, ਉੱਥੋਂ ਕੀ ਨਿਕਲਿਆ, ਮਿੱਟੀ ਉਸ ਖੇਤਾਂ 'ਚੋਂ ਪੱਟੀ ਜਾ ਰਹੀ ਹੈ। ਪਹਿਲਾਂ ਤਾਂ ਮੈਂ ਇੱਕ ਹੋਰ ਤੁਹਾਨੂੰ ਦੱਸਾਂ ਜੀ, ਉਹ ਪਰਮਿਸ਼ਨ ਹੈਗੀ ਕਿ ਖੇੜੀ ਮਾਨੀਆ ਪਿੰਡ ਦੀ, ਪਟਿਆਲੇ ਦੇ ਨੇੜੇ ਤੇੜੇ ਕੋਈ ਖੇੜੀ ਨਹੀਂ ਛੱਡੀ ਉਹਨਾਂ ਨੇ ਪਹਿਲਾਂ ਤਾਂ। ਸਾਰੀਆਂ ਖੇੜੀਆਂ 'ਚੋਂ ਮਿੱਟੀ ਪੱਟ ਲਈ। ਜੇ ਕੋਈ ਜਾਂਦਾ ਮੀਡੀਆ ਜਾਂ ਕੋਈ ਅਫਸਰ, ਖੇੜੀ ਦੀ ਪਰਮਿਸ਼ਨ ਹੈ ਜੀ। ਪਰ ਅੱਜ ਤੱਕ ਮਾਈਨਿੰਗ ਡਿਪਾਰਟਮੈਂਟ ਨੇ, ਐਸਡੀਓ ਬੈਠੇ ਨੇ, ਐਕਸ਼ਨ ਬੈਠੇ ਨੇ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮਿੱਟੀ ਜਾਂਦੀ ਕਿੱਥੇ ਹੈ। ਉਹ ਮੀਡੀਆ ਦਾ ਕੰਮ ਹੈ, ਅਸੀਂ ਦਿਖਾਇਆ ਉਹਨਾਂ ਨੂੰ। ਉੱਥੋਂ ਮਿੱਟੀ ਪੱਟ ਕੇ ਉਹ ਹੋਰ ਠੇਕੇਦਾਰਾਂ ਦੇ ਵੀ ਟਰੱਕ ਟਿੱਪਰ ਭਰਾਉਂਦੇ ਨੇ, ਆਪਣੇ ਵੀ ਟਰੱਕ ਟਿੱਪਰ ਭਰ ਕੇ ਉਹ ਪ੍ਰਾਈਵੇਟ ਤੌਰ ਤੇ ਲੋਕਾਂ ਨੂੰ ਵੇਚ ਰਹੇ ਨੇ। ਦੇਖੋ, ਇਸ ਤਰ੍ਹਾਂ ਹੈ ਜੀ ਕਿ ਜਿਵੇਂ ਤੁਹਾਨੂੰ ਹੁਣ ਗੱਲ ਕੀਤੀ ਹੈ ਕਿ ਇਹ ਟਿੱਪਰ ਭਰ ਕੇ ਬਾਹਰ ਵੇਚ ਰਹੇ ਹੈ ਜੀ, ਜਦੋਂ ਕਿ ਕੰਟਰੈਕਟ ਉਹਨਾਂ ਦਾ ਇਹ ਹੈ, ਪਰਮਿਸ਼ਨ ਉਹਨਾਂ ਨੂੰ ਇਹ ਹੈ ਜੀ ਕਿ ਮਿੱਟੀ ਫਲਾਣੀ ਏਰੀਆ 'ਚੋਂ ਪੱਟ ਕੇ ਔਰ ਰੇਲਵੇ ਟਰੈਕ ਤੇ ਪਾਉਣੀ ਹੈ ਜੀ। ਤਾਂ ਉਹ ਸਿਰਫ ਪਰਮਿਸ਼ਨ ਉੱਥੋਂ ਪੱਟ ਕੇ ਰੇਲਵੇ ਤੱਕ ਦੀ ਹੈ, ਇਹ ਨਹੀਂ ਹੈਗੀ ਕਿ ਉਹਦੇ ਜੂਰਿਸਡਿਕਸ਼ਨ ਤੋਂ ਬਾਹਰ ਚਲੇ ਜਾਣ ਜੀ। ਜੇ ਬਾਹਰ ਜਾਂਦੇ ਆ, ਪ੍ਰਾਈਵੇਟਲੀ ਕਿਸੇ ਨੂੰ ਦਿੰਦੇ ਆ, ਜਿਵੇਂ ਤੁਸੀਂ ਕਿਹਾ ਟਿੱਪਰ ਭਰ ਕੇ ਵੇਚੀ ਜਾਂਦੇ ਆ, ਤਾਂ ਉਹ ਵਾਇਲੇਸ਼ਨ ਹੈ। ਉਹਦੇ ਅੰਡਰ ਪਰਚਾ ਵੀ ਦਰਜ ਹੋਏਗਾ ਔਰ ਉਹਨੂੰ ਸਜ਼ਾ ਵੀ ਹੋਏਗੀ ਜੀ। ਕਿਉਂਕਿ ਅੱਜ ਕੱਲ ਤਾਂ ਮੇਰੀ ਗੱਲ ਸੁਣੋ ਤੁਸੀਂ, ਬੜੀ ਕਲੀਅਰ ਗੱਲ ਹੈ ਕਿ ਮਿੱਟੀ ਤਾਂ ਪਹਿਲਾਂ ਹੀ ਨਹੀਂ ਹੈ ਕਿਤੇ। ਖੇਤਾਂ ਦੇ ਵਿੱਚੋਂ, ਜਿਹੜੇ ਖੇਤ 'ਚੋਂ ਤੁਸੀਂ ਮਿੱਟੀ ਪੱਟ ਰਹੇ ਹੋ, ਕਿੰਨੀ ਏਰੀਏ ਤੱਕ ਡੈਪਥ ਕਿੰਨੀ ਹੈ ਉਹਦੀ, ਜਿਵੇਂ ਕਿ 1 ਫੁੱਟ, 1.5 ਫੁੱਟ। ਇਹ ਕੀ ਕਰਦੇ ਹੈ ਕਿ ਬਲੈਕ ਕਰਨ ਵਾਸਤੇ, ਯਾਨੀ ਹੇਰਾਫੇਰੀ ਕਰਨ ਵਾਸਤੇ 6-6 ਫੁੱਟ ਤੱਕ ਪੱਟ ਦਿੰਦੇ ਆ। 10-10 ਫੁੱਟ ਸਾਡੇ ਕੋਲ ਹੁੰਦੇ ਆ ਕਈ ਵਾਰੀ ਫੁੱਟ। ਅਗਰ ਤੁਹਾਡੇ ਕੋਲ ਇਹ ਹੈ ਤਾਂ ਇਹਦੇ ਵਰਗੇ ਤਾਂ ਵਾਇਲੇਸ਼ਨ ਹੋ ਹੀ ਨਹੀਂ ਸਕਦੀ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਪਜਾਊ ਮਿੱਟੀ ਜਿਹੜੀ ਖੇਤ ਤੋਂ ਤੁਸੀਂ ਚੱਕ ਰਹੇ ਹੋ ਉਹ ਖਤਮ ਹੋ ਗਈ। ਦੂਜੀ, ਉਹ ਨੀਵਾਂ ਚਲਾ ਗਿਆ ਜਿੱਥੋਂ ਪੱਟਿਆ, ਤਾਂ ਨੀਵਾਂ ਚਲਾ ਗਿਆ। ਜਿਹੜੇ ਆਂਢ ਗੁਆਂਢ ਦੇ ਜਿੰਨੇ ਵੀ ਖੇਤ ਹੈ ਉਹ ਉੱਪਰ ਰਹਿ ਗਏ ਜੀ। ਔਰ ਕੱਲ ਨੂੰ ਜੀਰੀ ਲਾਉਣੀ ਹੈ ਕਿਸੇ ਨੇ, ਉੱਪਰਲੇ ਨੇ ਜੀਰੀ ਲਾਉਣੀ ਹੈ ਜੀ,
ਤਾਂ ਤੁਹਾਨੂੰ ਪਤਾ ਹੈ ਵੀ ਚੂਹੇ ਜਿਹੜੇ ਉਹ ਖੱਡਾਂ ਕਰ ਦਿੰਦੇ ਆ। ਹਾਂ ਉਹਨੇ ਜੀਰੀ ਨੂੰ ਪਾਣੀ ਦਿੱਤਾ, ਜੀਰੀ ਨੂੰ ਪਾਣੀ ਦੀ ਲੋੜ ਹੈ ਹਮੇਸ਼ਾ, ਤਾਂ ਉਹਦਾ ਪਾਣੀ ਤਾਂ ਸਾਰਾ ਜਿਹੜਾ ਹੈ ਉਹ ਖੱਡ ਰਾਹੀਂ ਦੀ ਨੀਚੇ ਚਲਾ ਗਿਆ ਕਿਉਂਕਿ ਉੱਥੇ ਢਲਾਨ ਬਣ ਗਈ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਮਾਈਨਿੰਗ ਐਕਟ ਬਣਿਆ, ਜਿਹੜਾ ਕਿ ਅਗਰ ਤੁਸੀਂ ਦੱਸ ਰਹੇ ਹੋ ਕਿ ਪੱਟਦੇ ਉੱਥੋਂ ਟਰੈਕ ਤੇ ਜਾਂਦੀ ਨਹੀਂ ਔਰ ਰਸਤੇ 'ਚ ਕਿਤੇ ਵਿਕ ਜਾਂਦੀ ਹੈ ਜੀ, ਤਾਂ ਬਹੁਤ ਵੱਡਾ ਫੈਂਸ ਹੈ। ਹਾਂ ਸਰ, ਇੱਕ ਸਭ ਤੋਂ ਵੱਡੀ ਗੱਲ ਹੈ, ਇਹ ਰਸਤੇ 'ਚ ਵਿਕ ਜਾਂਦੀ ਹੈ। ਲੋਕ ਬੜੇ ਪਰੇਸ਼ਾਨ ਹੁੰਦੇ ਨੇ ਨਾ ਟਿੱਪਰ ਵਾਲਿਆਂ ਤੋਂ। ਜੀ, ਲੋਕਾਂ ਦੀ ਅਸੀਂ ਕਈ ਵਾਰੀ ਪਿੰਡਾਂ ਦੇ ਲੋਕਾਂ ਦੀ ਸਾਡੇ ਕੋਲ ਪੱਖ ਨੇ, ਉਹ 2-2 3-3 ਮਹੀਨੇ ਤੋਂ ਕਹਿੰਦੇ ਇੱਥੇ ਕੰਮ ਚੱਲਦਾ ਹੈ। ਇਹੀ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਸਾਡੇ ਕੋਲੇ ਪਰਮਿਸ਼ਨ ਹੈ ਖੇੜੀ ਮਾਨੀਆਂ ਤੋਂ, ਹੋਰ ਪਿੰਡਾਂ ਤੋਂ ਵੀ ਖੇੜੀ ਮੁਸਲਮਾਨੀਆਂ ਤੋਂ, ਖੇੜੀ ਮਾਨੀਆਂ ਤੋਂ, ਖੇੜੀ ਕੋਈ ਛੱਡਦੇ ਨਹੀਂ, ਹੋਰ ਪਿੰਡਾਂ 'ਚੋਂ ਵੀ ਇਹ 2-2 3-3 ਮਹੀਨੇ ਇਦਾਂ ਟੱਕ ਲਾ ਕੇ ਮਿੱਟੀ ਪੱਟਦੇ ਨੇ। ਉੱਥੇ ਦੇ ਲੋਕ ਦੱਸਦੇ ਨੇ ਵੀ ਇਹ 2-3 ਮਹੀਨੇ ਤੋਂ ਕੰਮ ਚੱਲਦਾ, ਸਾਡੀਆਂ ਸੜਕਾਂ ਤੋੜਤੀਆਂ ਇਹਨਾਂ ਨੇ, ਸਾਡੇ ਲੋਕ ਬੱਚੇ ਸਾਡੇ ਜਿਹੜੇ ਕਿਵੇਂ ਬਚਦੇ ਨੇ ਟਿੱਪਰ ਵਾਲਿਆਂ ਤੋਂ, ਇਹ ਵੀ ਬਹੁਤ ਵੱਡੀ ਮਤਲਬ ਸਮੱਸਿਆ ਲੋਕਾਂ ਨੂੰ। ਇਹ ਟਰਾਂਸਪੋਰਟੇਸ਼ਨ ਦਾ ਜਿਹੜਾ ਕੀ ਕਹਿੰਦੇ ਆ ਜ਼ਿਆਦਾ ਹੀ ਗੈਦਰਿੰਗ ਹੈ ਜੀ, ਉਹਦਾ ਵਾਕਈ ਹੀ ਮਤਲਬ ਕਿ ਸੜਕਾਂ ਦੇ ਉੱਪਰ ਅੱਜ ਕੱਲ੍ਹ ਤਾਂ ਵੈਸੇ ਹੀ ਟ੍ਰੈਫਿਕ ਇੰਨਾ ਹੋ ਚੁੱਕਿਆ ਜੀ ਕਿ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ। ਇਹ ਜਿਹੜੀ ਤੁਹਾਨੇ ਗੱਲ ਕੀਤੀ ਹੈ ਇਹ ਅਲੱਗ ਗੱਲ ਹੋ ਗਈ ਕਿ ਸੜਕਾਂ ਦੇ ਉੱਪਰ ਟਿੱਪਰ ਚੱਲਦੇ ਆ, ਸੜਕਾਂ ਟੁੱਟੀਆਂ ਨੇ, ਲੋਕ ਪਰੇਸ਼ਾਨ ਹੋ ਰਹੇ ਆ। ਹਾਂ, ਔਰ ਜਿਗ ਜੈਗ ਮੈਨਰ ਨਾਲ ਚੱਲਦੇ ਆ, ਉਹ ਜਿਵੇਂ ਉਹਨਾਂ ਦੀ ਮਰਜ਼ੀ ਆ ਉਵੇਂ ਚੱਲੀ ਜਾਂਦੇ ਆ। ਜੀ। ਵਾਕਈ ਜਾਨ ਨੂੰ ਖਤਰਾ ਲੋਕਾਂ ਦੀ। ਇਹ ਤਾਂ ਅਲੱਗ ਗੱਲ ਹੋ ਗਈ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਇਹ ਕਿ ਖੇੜੀ ਮਾਨੀਆਂ ਦੀ ਗੱਲ ਕੀਤੀ ਹੈ ਤੁਹਾਨੇ ਪਿੰਡ ਦੀ, ਤਾਂ ਉੱਥੋਂ ਦੀ ਪਰਮਿਸ਼ਨ ਮਿਲੀ ਹੈ ਕਿ ਇੱਥੋਂ ਮਿੱਟੀ ਤੁਹਾਨੇ ਪੱਟਣੀ, ਖੇੜੀ ਮੁਸਲਮਾਨਾਂ ਤੋਂ। ਖੇੜੀ ਮੁਸਲਮਾਨਾਂ ਤੋਂ ਜੀ, ਚਲੋ, ਤਾਂ ਖੇੜੀ ਮੁਸਲਮਾਨਾਂ ਤੋਂ ਅਗਰ ਉਹ ਮਿੱਟੀ ਪੱਟੀ ਜਾ ਰਹੀ ਹੈ, ਜਿਨ੍ਹਾਂ ਦੇ ਖੇਤਾਂ 'ਚੋਂ ਪੱਟੀ ਜਾ ਰਹੀ ਹੈ, ਉਹਨਾਂ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ, ਇਹਦਾ ਮਤਲਬ ਉਹ ਵੀ ਵਿੱਚ ਹੈ, ਰਲੇ ਹੋਏ ਨੇ। ਤਾਂ ਇੱਥੇ ਆਪਾਂ ਇਹ ਗੱਲ ਵੀ ਲਵਾਂਗੇ। ਦੂਸਰਾ ਆ ਜਾਓ ਅਫਸਰ ਜੀ, ਡਿਪਾਰਟਮੈਂਟ ਜੀ, ਤਾਂ ਡਿਪਾਰਟਮੈਂਟ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਹੁੰਦਾ ਹੀ ਨਹੀਂ। ਉੱਥੋਂ ਦਾ SDO SC ਕੀ ਕਰ ਰਹੇ ਆ ਬੈਠੇ, ਉਹਨਾਂ ਦੀ ਡਿਊਟੀ ਕੀ ਹੈ? ਅਗਰ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਵੀ ਤੁਸੀਂ ਇਸ ਤਰ੍ਹਾਂ ਕਰਕੇ ਤੁਹਾਡੇ ਫਲਾਣੇ ਪਿੰਡ ਚੋਂ ਮਿੱਟੀ ਬਲੈਕ ਹੋ ਰਹੀ ਹੈ, ਤਾਂ ਵੀ ਤੁਸੀਂ ਉਸ ਚੀਜ਼ ਨੂੰ ਦੇਖੋ ਜੀ, ਤਾਂ ਉਹ ਨਹੀਂ ਦੇਖਦੇ, ਤਾਂ ਉਹਨਾਂ ਦੀ ਮਿਲੀ ਭੁਗਤ ਸਾਫ਼ ਹੈ ਕਿ ਆਫੀਸਰ ਜਿਹੜੇ ਹੈ ਉਹ ਵੀ ਰਿਸ਼ਵਤ ਲੈਣ ਦੇ ਮਾਰੇ ਇਹ ਕੁਝ ਕਰ ਰਹੇ ਹੈ ਕਿ ਅੱਖਾਂ ਵਿੱਚ ਹੀ ਬੈਠੇ ਹੈ, ਜੋ ਮਰਜ਼ੀ ਹੁੰਦਾ ਹੋਈ ਜਾਵੇ। ਇਹੀ ਰੀਜ਼ਨ ਹੈ ਕਿ ਸਾਡੀ ਜਿਹੜੀ ਹੈ ਪੋਟੈਂਸ਼ੀਅਲ ਜਿਹੜੀ ਜ਼ਮੀਨ ਹੈ ਜੀ, ਉਹ ਖਤਮ ਹੁੰਦੀ ਜਾ ਰਹੀ ਹੈ ਡੇ ਬਾਈ ਡੇ। ਤੇ ਸਾਡੀ ਗ੍ਰੀਨਰੀ ਨੂੰ ਵੀ ਫਰਕ ਪੈਂਦਾ ਜੀ। ਕਈ ਵਾਰੀ ਕਈ ਖੇਤਾਂ ਦੇ ਵਿੱਚ 2 4 8 ਦਾ ਦਰਖਤ ਖੜੇ ਆ, ਸਭ ਚੱਕ ਦਿੰਦੇ ਆ ਜੀ। ਉਹਦੇ ਨਾਲ ਮੈਂ ਇਹ ਕਹਿਣਾ ਹੈ ਕਿ ਸਾਡੀ এনवायरमेंट ਜਿਹੜੀ ਹੈ এনवायरमेंट ਨੂੰ ਉਹਨੂੰ ਕਲੀਅਰ ਰੱਖਣਾ, ਕਲੀਨ ਰੱਖਣਾ ਵੀ ਸਾਡੀ ਡਿਊਟੀ ਹੈ ਜੀ। ਤਾਂ ਅਗਰ ਉਹ ਆਫੀਸਰ ਮਾਈਨਿੰਗ ਡਿਪਾਰਟਮੈਂਟ ਦੇ ਇਸ ਦੀ ਦੇਖ ਰੇਖ ਨਹੀਂ ਕਰਦੇ ਤਾਂ ਮੇਰੇ ਖਿਆਲ ਹੈ ਵੀ ਉਹਨਾਂ ਦੀ ਇਨਕੁਆਇਰੀ ਹਾਈ ਲੈਵਲ ਤੇ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਮਿਲੀ ਭੁਗਤ ਵੀ ਸਾਹਮਣੇ ਆਵੇ। ਔਰ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਸੀਮੈਂਟ ਦੇ ਬਾਰੇ ਤੁਹਾਨੂੰ ਦੱਸਿਆ ਕਿ ਅਗਰ ਇਮਾਰਤ ਬਣਾਉਣੀ ਹੈ ਤਾਂ ਰੇਤੇ ਦੀ ਵੀ ਲੋੜ ਹੈ ਜੀ, ਤਾਂ ਉਹ ਰੇਤੇ ਦੀ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਵੀ ਕੀ ਕੁਝ ਚੱਲ ਰਿਹਾ ਹੈ ਕਿ ਉਹਦੀ ਬਲੈਕ ਹੋ ਰਹੀ ਹੈ। ਹੁਣ ਟਿੱਪਰ ਹੈ, ਇੱਕ ਮਿੱਟੀ ਦਾ ਟਿੱਪਰ 5-5 ਹਜ਼ਾਰ ਚ ਵੇਚ ਕੇ, ਯਾਨੀ ਕਿ ਇੱਕ 500 ਰੁਪਏ ਦੀ ਚੀਜ਼ 5000 ਨੂੰ ਵਿਕ ਰਹੀ ਹੈ, ਤਾਂ ਇਹਦੇ ਚ ਕਲੀਅਰ ਕੱਟ ਹੈ ਕਿ ਡਿਪਾਰਟਮੈਂਟ ਦੀ ਮਿਲੀ ਭਗਤ ਹੈ, ਆਫੀਸਰ ਦੀ ਮਿਲੀ ਭਗਤ ਹੈ। ਅੱਛਾ ਕਰਕਰ ਸਾਹਿਬ, ਇਹ ਜਾਣਨਾ ਚਾਹੁੰਦੇ ਆਪਾਂ, ਕਈ ਵਾਰੀ ਅਸੀਂ ਅਫਸਰਾਂ ਨੂੰ ਸਵਾਲ ਵੀ ਕੀਤੇ ਨੇ ਵੀ ਇਹਨਾਂ ਦੀ ਟਾਈਮਿੰਗ ਤਾਂ ਕੋਈ ਹੋਊਗੀ ਕਿ ਦਿਨ ਰਾਤ ਇਹ ਮਿੱਟੀ ਪੱਟ ਵੇਚੀ ਜਾਣਗੇ? ਕੋਈ ਟਾਈਮਿੰਗ ਨਹੀਂ। ਰਾਤ ਨੂੰ ਦੇਖ ਲਓ, ਰਾਤ ਨੂੰ ਟਿੱਪਰ ਚੱਲ ਰਹੇ ਨੇ, ਦਿਨ ਚ ਦੇਖ ਲਓ, ਦਿਨ ਚ ਟਿੱਪਰ ਚੱਲ ਰਹੇ ਨੇ। ਕੋਈ ਅਫਸਰ ਇਹਨਾਂ ਨੇ ਅਪੁਆਇੰਟ ਕੀਤਾ ਹੋਊਗਾ ਉੱਥੇ ਜਿਹੜਾ ਰੈਗੂਲਰ ਰਿਪੋਰਟ ਦਿੰਦਾ ਹੋਊਗਾ ਵੀ ਇੰਨੀ ਮਿੱਟੀ ਡੇਲੀ ਪੱਟੀ ਜਾ ਸਕਦੀ ਹੈ, ਇੰਨੀ ਇਹਦੀ ਡੈਪਥ ਹੈ। ਜਦੋਂ ਅਸੀਂ 3 ਮਹੀਨੇ ਪਹਿਲਾਂ ਜਾਣਕਾਰੀ ਡਿਪਾਰਟਮੈਂਟ ਨੂੰ ਦੇਤੀ, 3 ਮਹੀਨੇ ਬਾਅਦ ਵੀ ਅੱਜ ਤੁਸੀਂ ਗੱਲ ਕਰੋ ਤਾਂ ਉਹੀ ਗੱਲ ਕਰਨਗੇ, ਅਸੀਂ ਦੇਖ ਰਹੇ ਹਾਂ, ਅਸੀਂ ਕਰ ਰਹੇ ਹਾਂ। ਕੋਈ ਇਦਾਂ ਦਾ ਅਫਸਰ ਅਪੁਆਇੰਟ ਨਹੀਂ ਕੀਤਾ ਹੋਣਾ ਜਿਹੜਾ ਇਹਨਾਂ ਦੇ ਡੇਲੀ ਵਾਚ ਕਰਦਾ ਹੋਵੇ ਇੰਨੇ ਤੋਂ ਇੰਨੇ ਮਿੱਟੀ ਚੱਕਣੀ ਹੈ? ਦੇਖੋ, ਟਾਈਮਿੰਗ ਦਾ ਤਾਂ ਇਹ ਹੈ ਕਿ ਆਫੀਸਰ ਨੂੰ ਆਪ ਹੀ ਕਰਨਾ ਪਏਗਾ। ਇਹਦੇ ਬਾਰੇ ਕੋਈ ਇਸ ਤਰ੍ਹਾਂ ਦਾ ਕੋਈ ਫਿਕਸਡ ਟਾਈਮ ਤਾਂ ਨਹੀਂ ਕਰ ਸਕਦੇ ਆਪਾਂ, ਲੇਕਿਨ ਜੇ ਉਹ ਰਾਤ ਨੂੰ ਇਸ ਤਰ੍ਹਾਂ ਦੇ ਕੰਮ ਕਰਦੇ ਆ ਇਹਦਾ ਮਤਲਬ ਉਹ ਚੋਰੀ ਕਰ ਰਹੇ ਹੈ, ਕਿਉਂਕਿ ਦਿਨ ਦਾ ਬਹੁਤ ਟਾਈਮ ਹੈ ਉਹਨਾਂ ਕੋਲ, ਬਹੁਤ ਟਾਈਮ ਹੈ ਉੱਥੋਂ ਮਿੱਟੀ ਲਿਆ ਕੇ
ਤੇ ਅਗਰ ਉਹਨਾਂ ਨੂੰ ਪਰਮਿਸ਼ਨ ਮਿਲੀ ਵੀ ਹੈ ਤਾਂ ਟਰੈਕ ਤੇ ਪਾਉਣ ਵਾਸਤੇ, ਜਿਵੇਂ ਰੇਲਵੇ ਟਰੈਕ ਤੇ ਪਾਉਣੀ ਹੈ, ਤਾਂ ਉਹ ਦਿਨ ਦਾ ਟਾਈਮ ਬਹੁਤ ਹੈ। ਅਗਰ ਉਹ ਰਾਤ ਨੂੰ ਇਸ ਤਰ੍ਹਾਂ ਦਾ ਕੰਮ ਕਰਦੇ ਆ ਤਾਂ ਇਹਦਾ ਮਤਲਬ ਜਿਹੜੀ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ 1 ਫੁੱਟ ਜਾਂ 1.5 ਫੁੱਟ ਡੈਪਥ ਤੱਕ ਜਾਣ ਦੀ, ਉਹ 6-6 ਫੁੱਟ ਤੋਂ ਵੀ ਅੱਗੇ ਚਲੇ ਜਾਂਦੇ ਆ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 10 ਫੁੱਟ ਤੱਕ ਵੀ ਪੱਟ ਦਿੰਦੇ ਆ। ਇਹ ਤਾਂ ਬਹੁਤ ਜ਼ਿਆਦਾ ਵਾਇਲੇਸ਼ਨ ਹੈ ਔਰ ਸਾਨੂੰ ਨੁਕਸਾਨ ਹਰ ਤਰ੍ਹਾਂ, এনवायरमेंट ਨੂੰ ਵੀ ਨੁਕਸਾਨ ਹੈ, ਸਾਡੀ ਫਸਲ ਨੂੰ ਵੀ ਨੁਕਸਾਨ ਹੈ, ਸਾਡੇ ਜਿੱਥੋਂ ਤੁਸੀਂ ਪੱਟ ਰਹੇ ਹੋ ਉੱਥੇ ਜਿਹੜੇ ਗੁਆਂਢੀ ਹੈ ਉਹਨਾਂ ਦੇ ਖੇਤ ਹੈ ਉਹਨਾਂ ਨੂੰ ਵੀ ਨੁਕਸਾਨ ਹੈ, ਸਾਡੇ ਟ੍ਰੈਫਿਕ ਨੂੰ ਵੀ ਨੁਕਸਾਨ ਹੈ, ਸਾਡੇ ਜਿਹੜੇ ਹੈ ਜਨਤਾ ਨੂੰ ਵੀ ਨੁਕਸਾਨ ਹੈ। ਇਟ ਮੀਨਸ ਸਾਰੀ ਸਰਕਾਰ ਹੀ ਅੱਖਾਂ ਮੀਚ ਕੇ ਬੈਠੀ ਹੈ। ਸਰਕਾਰ ਦਾ ਤਾਂ ਇਹ ਹੈ ਜੀ ਅਫਸਰ ਰਲੇ ਹੋਏ ਹੈ, ਤਾਂ ਸਰਕਾਰ ਨੇ ਤਾਂ ਕੀ ਦੇਖਣਾ ਵੀ ਕੁਝ ਹੋਇਆ ਵੀ ਹੈ ਕਿ ਨਹੀਂ। ਖਰਖਰ ਸਾਹਿਬ, ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ, ਮੈਂ ਤੁਹਾਨੂੰ ਦੱਸ ਰਿਹਾ, ਇਹਨੂੰ ਮਹਿੰਗਾ ਕਰਨ ਦਾ ਸਿਸਟਮ ਹੈ। ਜਿਹੜੇ ਬਾਕੀ ਠੇਕੇਦਾਰ ਨੇ ਜਿਨ੍ਹਾਂ ਨੂੰ ਪਰਮਿਸ਼ਨਾਂ ਸਰਕਾਰ ਤੋਂ ਨਹੀਂ ਮਿਲ ਰਹੀਆਂ, ਅਪਲਾਈ ਵੀ ਕੀਤੀਆਂ ਨੇ, ਉਹਨਾਂ ਨੂੰ ਤਾਂ ਇਹ ਵੱਡੇ ਠੇਕੇਦਾਰ ਜੇ ਕਿਤੇ ਮਾੜੀ ਮੋਟੀ ਮਿੱਟੀ ਚੱਕਦੇ ਨੇ, ਅਫਸਰਾਂ ਨਾਲ ਰਲ ਮਿਲ ਕੇ ਉਹਨਾਂ ਤੇ ਪਰਚਾ ਦਰਜ ਕਰਾਉਂਦੇ। ਇਹਦਾ ਕਾਰਨ ਹੈ ਵੀ ਸਾਡਾ ਮਾਲ ਮਹਿੰਗਾ ਵਿਕੇ। ਜੀ ਮਕਬੂਲ ਜੀ, ਇਸ ਤਰ੍ਹਾਂ ਹੈ ਕਿ ਸਾਡੇ ਦੇਸ਼ ਦੇ ਵਿੱਚ ਨਾ ਸੁਧਾਰ ਆਉਣਾ ਬਹੁਤ ਔਖਾ ਹੈ ਜੀ। ਸਾਡੇ ਕਾਨੂੰਨ ਦੇ ਮੁਤਾਬਕ ਤਾਂ ਕੋਈ ਚੱਲਦਾ ਹੀ ਨਹੀਂ। ਅਗਰ ਤੁਸੀਂ, ਮੈਂ ਤੁਹਾਨੂੰ ਮਿਸਾਲ ਦਿੰਦਾ ਇਸ ਗੱਲ ਦੀ, ਤੁਹਾਨੂੰ ਇਹ ਕਿਹਾ ਨਾ ਕਿ ਕੋਈ ਛੋਟਾ ਮੋਟਾ ਜ਼ਿਮੀਂਦਾਰ ਹੈ, ਕੋਈ ਹੋਰ ਹੈ, ਉਹਨੇ ਅਗਰ ਮਿੱਟੀ ਪੱਟ ਵੀ ਲਈ, ਅੱਧੀ ਟਰਾਲੀ ਉਹ ਪੱਟ ਲਈ, ਉਹਦਾ ਵਿਚਾਰਾ ਅੰਦਰ ਹੈ ਤੇ ਪਰਚਾ ਵੀ ਹੋ ਗਿਆ। ਜੀ ਜੀ ਹਾਂ। ਇੱਥੇ ਹਜ਼ਾਰਾਂ ਹੀ ਟਿੱਪਰ ਭਰੇ ਜਾ ਰਹੇ ਹੈ ਤੇ ਉਹਨੂੰ ਕੋਈ ਪੁੱਛਣ ਵਾਲਾ ਨਹੀਂ। ਸਕੀਮ ਲਾ ਕੇ ਔਰ ਉਹ ਵੀ ਰਾਤਾਂ ਨੂੰ। ਤਾਂ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਲੱਖਾਂ ਕਰੋੜਾਂ ਦਾ ਘਪਲਾ ਜਿਹੜਾ ਹੈ ਉਹ ਕਿਹਦੇ ਰਾਹੀਂ ਹੋ ਰਿਹਾ ਹੈ। ਜਿਹੜੇ ਮਾਈਨਿੰਗ ਡਿਪਾਰਟਮੈਂਟ ਦੇ ਆਫੀਸਰ ਹੈ ਉਹਨਾਂ ਦਾ, ਠੇਕੇਦਾਰਾਂ ਦੇ, ਜਿਹੜੇ ਵੱਡੇ ਠੇਕੇਦਾਰ ਹੈ, ਛੋਟੇ ਮੋਟੇ ਨੂੰ ਤਾਂ ਵਿਚਾਰੇ ਨੂੰ ਅੰਦਰ ਕਰ ਦੇਣਗੇ। ਹਾਂ, ਕਰਦੇ ਜੀ। ਹੁਣ ਕੀ ਹੈ ਕਿ ਨਸ਼ਾ ਖਤਮ ਕਰਨ ਤੇ ਲੱਗੇ ਹੋਏ ਹੈ, ਤਾਂ ਜਿਹੜੇ ਤਾਂ ਬਲਕ ਵੱਡੇ ਹੈਗੇ ਆ ਨਸ਼ਾ ਵੇਚਣ ਵਾਲੇ, ਉਹਨਾਂ ਨੂੰ ਤਾਂ ਹੱਥ ਪਾਉਂਦੇ ਨੇ। ਜਿਹਦੇ ਕੋਲ ਵਿਚਾਰੇ ਕੋਲ 4 ਸ਼ਰਾਬ ਦੀਆਂ ਬੋਤਲਾਂ, ਉਹਨੂੰ ਫੜ ਕੇ ਫਿਰ ਉਹ ਅਖਬਾਰ ਦੇ ਵਿੱਚ ਫੋਟੋ ਦਿੰਦੇ ਆ ਕਿ ਅਸੀਂ ਇੱਕ ਮਤਲਬ ਕਿ ਨਸ਼ਾ ਵੇਚਣ ਵਾਲਾ ਬੰਦਾ ਬੜੇ ਰੰਗੇ ਹੱਥੀ ਫੜਿਆ, ਕਿ ਉਹਦੇ ਕੋਲ ਵਿਚਾਰੇ ਕੋਲ 4-5 ਬੋਤਲਾਂ, ਗਰੀਬ ਆਦਮੀ ਆ ਉਹ। ਉਹੀ ਹਾਲ ਇੱਥੇ ਹੈ। ਹੁਣ ਜਿਹੜੇ 4 ਟਰੱਕ ਜਾ ਰਹੇ ਆ ਉਹ ਫਿਰ ਮੂੰਹ ਉਧਰ ਨੂੰ ਕਰਕੇ ਲੰਘਾ ਦਿੰਦੇ ਆ, ਕਿਉਂਕਿ ਚੱਲਣ ਦੋ, ਕਿਉਂਕਿ ਉਹਨਾਂ ਦਾ ਮਿਲੀ ਭਗਤ ਹੈ ਜੀ। ਯਾਨੀ ਜਨਤਾ ਨੂੰ ਖੁਸ਼ ਕਰਨ ਵਾਸਤੇ ਛੋਟੇ ਮੋਟੇ ਬੰਦਿਆਂ ਨੂੰ ਅੰਦਰ ਕਰਕੇ ਤੇ ਆਪਦੇ ਫੋਟੋਆਂ ਖਿਚਾ ਕੇ ਤਾਂ ਜਨਤਾ ਨੂੰ ਇਹ ਸੰਦੇਸ਼ ਗਲਤ ਦੇ ਰਹੇ ਹੈ ਕਿ ਅਸੀਂ ਜਿਹੜਾ ਨਸ਼ਾ ਖਤਮ ਕਰ ਰਹੇ ਹਾਂ, ਜਦੋਂ ਕਿ ਬਲਕ ਲੈਵਲ ਤੇ ਨਸ਼ਾ ਖਤਮ ਕਰੋ ਫਿਰ ਅਸੀਂ ਮੰਨਦੇ ਹਾਂ। ਇਹਦੀ ਮਿਸਾਲ ਮੈਂ ਤਾਂ ਦਿੱਤੀ ਹੈ ਤੁਹਾਨੂੰ ਕਿ ਅਗਰ ਕੋਈ ਛੋਟਾ ਮੋਟਾ ਜ਼ਿਮੀਂਦਾਰ ਕੋਈ 5 ਫੁੱਟ ਜਗ੍ਹਾ ਪੱਟ ਕੇ ਤੇ ਅੱਧੀ ਟਰਾਲੀ ਲਿਜਾ ਰਿਹਾ ਹੈ, ਉਹ ਤਾਂ ਅੰਦਰ ਹੈ, ਤੇ ਜਿਹੜਾ ਹਜ਼ਾਰਾਂ ਟਿੱਪਰ ਜਾ ਰਹੇ ਹੈ ਔਰ 10-10 ਫੁੱਟ ਤੱਕ ਖੋਦ ਰਹੇ ਹੈ, ਉੱਥੇ ਕਿਸੇ ਦਾ ਕੋਈ ਲੈਣ ਦੇਣ ਨਹੀਂ, ਕਿਉਂਕਿ ਉੱਥੇ ਮਿਲੀ ਭੁਗਤ ਹੈ। ਅੱਛਾ ਕਰਕਰਾ ਸਾਹਿਬ, ਇੱਕ ਜਾਣਕਾਰੀ ਹੋਰ ਚਾਹੀਦੀ ਹੈ। ਜਦੋਂ ਕਿਤੇ ਇਦਾਂ ਦਾ ਕੰਮ ਚੱਲਦਾ ਹੈ, ਮਾਈਨਿੰਗ ਹੋ ਰਹੀ ਹੈ, ਮਿੱਟੀ ਪੱਟੀ ਜਾਂਦੀ ਹੈ, ਕਈ ਵਾਰੀ ਪੱਤਰਕਾਰ ਉੱਥੇ ਜਾਂਦੇ ਆ। ਪੱਤਰਕਾਰਾਂ ਨੂੰ ਬੜੀ ਇਹ ਮਤਲਬ ਜੇ ਸਹੀ ਕੰਮ ਚੱਲਦਾ ਹੈ ਤਾਂ ਕਿਸੇ ਨੂੰ ਜਾਣਕਾਰੀ ਦੇਣ 'ਚ ਕੋਈ ਕੁਤਾਹੀ ਨਹੀਂ ਵਰਤਣੀ ਚਾਹੀਦੀ। ਇਹ ਪੱਤਰਕਾਰਾਂ ਨੂੰ ਉਲਟਾ ਉੱਥੇ ਡਰਾਉਂਦੇ ਨੇ। ਕਈ ਵਾਰ ਤਾਂ ਕੁੱਟਣ ਮਾਰਨ ਤੱਕ ਦੀਆਂ ਨੌਬਤਾਂ ਆਈਆਂ ਨੇ ਮਾਈਨਿੰਗ 'ਚ, ਜਦੋਂ ਕੋਈ ਪੱਤਰਕਾਰ ਸ਼ੂਟ ਕਰਨ ਜਾਂਦਾ ਤੇ ਪੁਲਿਸ ਨੂੰ ਜੇ ਫੋਨ ਕਰਦੇ ਆ ਮੀਡੀਆ, ਤਾਂ ਪੁਲਿਸ ਕਹਿੰਦੀ ਸਾਡਾ ਕੰਮ ਨਹੀਂ ਹੈ, ਮਾਈਨਿੰਗ ਡਿਪਾਰਟਮੈਂਟ ਦਾ। ਜੇ ਮਾਈਨਿੰਗ ਨੂੰ ਕਹਿੰਦੇ ਤਾਂ ਉਹ ਕਹਿੰਦੇ ਪੁਲਿਸ ਵੀ ਕਰ ਸਕਦੀ ਹੈ। ਤੇ ਇਹ ਵੀ ਰੌਲਾ ਗੋਲਾ ਹੀ ਆ। ਦੇਖੋ ਕਿੱਡੀ ਇਹ ਆਪਾਂ ਇੱਥੇ ਇਹ ਗੱਲ ਕਹਾਂਗੇ ਕਿ ਸਰਕਾਰ ਫੇਲ ਹੈ ਇਸ ਮਾਮਲੇ 'ਚ। ਫਿਰ ਅਗਰ ਇਹ ਗੱਲ ਹੈ ਤਾਂ ਜੀ, ਪੁਲਿਸ ਡਿਪਾਰਟਮੈਂਟ ਕਹਿੰਦਾ ਹੈ ਤੁਸੀਂ ਮਾਈਨਿੰਗ ਡਿਪਾਰਟਮੈਂਟ ਕੋਲ ਜਾਓ, ਮਾਈਨਿੰਗ ਡਿਪਾਰਟਮੈਂਟ ਕਹਿੰਦਾ ਤੁਸੀਂ ਪੁਲਿਸ ਕੋਲ ਜਾਓ, ਤਾਂ ਜੂਰਿਸਡਿਕਸ਼ਨ ਦਾ, ਆਪਦੀ ਡਿਊਟੀ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਹੈ। ਐਸੀ ਗੱਲ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ। ਨਹੀਂ ਮਕਬੂਲ ਜੀ, ਇਹ ਗੱਲ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ, ਪਤਾ ਸਭ ਨੂੰ ਹੈ ਕਿਹਦੀ ਡਿਊਟੀ ਹੈ। ਉਹ ਤੁਹਾਨੂੰ ਮਤਲਬ ਕਿ ਕੀ ਕਹਿੰਦੇ ਹੁੰਦੇ ਆ, ਸਮਝ ਲਓ ਜਿਹੜਾ ਚੋਰੀ ਕਰ ਰਿਹਾ ਉਹਨੂੰ ਬਚਾਉਣ ਦੇ ਵਾਸਤੇ। ਇੱਕ ਤਾਂ ਇਹ ਬਚਾਉਣ ਦੇ ਮਾਰੇ ਲਾ ਲਓ, ਇੱਕ ਇਹ ਹੈ ਵੀ ਤਾਂ ਕਿ ਤੁਹਾਨੂੰ ਹਨੇਰੇ 'ਚ ਰੱਖਿਆ ਜਾਵੇ। ਤੁਹਾਨੂੰ ਇੱਕ ਵਾਰੀ ਉਧਰ ਭੇਜ ਦੇਣਗੇ, ਉਧਰ ਭੇਜ ਦੇਣਗੇ, ਫਿਰੀ ਜਾਓ। ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਹੈ, ਤਾਂ ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਡਿਪਾਰਟਮੈਂਟਲ ਸ਼ਿਕਾਇਤ ਕਰਨ, ਔਰ ਇਸ ਤੋਂ ਇਲਾਵਾ ਜਿਹੜਾ ਹੈ RTI ਦੇ ਰਾਹੀਂ ਜੀ ਇਹਨਾਂ ਤੋਂ ਸਾਰੀ ਜਿਹੜੀ ਹੈ ਇਨਫੋਰਮੇਸ਼ਨ ਲੈਣ,
ਔਰ ਇਨਫੋਰਮੇਸ਼ਨ ਲੈਂਦੇ ਹੋਏ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ। ਇਹ ਚਾਹੀਦਾ ਪੱਤਰਕਾਰਾਂ ਨੂੰ ਜਿਨ੍ਹਾਂ ਨਾਲ ਇਸ ਤਰ੍ਹਾਂ ਦੀ ਮਤਲਬ ਕਿ ਸਲੂਕ ਕਰਦੇ ਜੀ। ਕਰਕਰ ਸਾਹਿਬ, ਇੱਕ ਹੋਰ ਅਹਿਮ ਸਵਾਲ ਹੈ ਜੀ। ਲਾਕਡਾਊਨ ਚੱਲ ਰਿਹਾ ਹੈ, ਸੈਚਰਡੇ ਸੰਡੇ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਲਾਕਡਾਊਨ ਹੈ। ਉਸ ਤੋਂ ਪਹਿਲਾਂ ਤਕਰੀਬਨ ਸਾਰੇ ਦਿਨਾਂ ਦਾ ਸੀ। ਕੁਝ ਟਾਈਮ ਦੁਕਾਨਾਂ ਖੋਲ੍ਹਣ ਲਈ ਜਿਹੜੀਆਂ ਜ਼ਰੂਰੀ ਵਸਤਾਂ ਦੀਆਂ ਉਹਦਾ ਟਾਈਮ ਦਿੱਤਾ ਸੀ ਸਰਕਾਰ ਨੇ। ਬੱਸਾਂ ਤੱਕ ਨੂੰ ਪ੍ਰੋਬਲਮ ਆਈ, ਸਵਾਰੀਆਂ ਨੂੰ ਪ੍ਰੋਬਲਮ ਆਈ, ਲੋਕਾਂ ਨੂੰ ਪ੍ਰੋਬਲਮ ਆਈ। ਕਾਰ ਦੇ ਵਿੱਚ 2 ਬੰਦੇ, ਹੁਣ ਤਾਂ ਚਲੋ ਸਰਕਾਰ ਨੇ ਕੁਝ ਢਿੱਲ ਦਿੱਤੀ ਹੈ, ਪਰ ਇਹਨਾਂ ਵਾਸਤੇ ਕੋਈ ਲਾਕਡਾਊਨ ਨਹੀਂ ਸੀ। ਲਾਕਡਾਊਨ ਦੇ ਵਿੱਚ ਵੀ ਧੜੇ ਦੇ ਟਿੱਪਰ ਚੱਲਦੇ ਸੀ। ਉਦੋਂ ਤਾਂ ਪੁਲਿਸ ਨੂੰ ਦਿਖਦਾ ਸੀ, ਮਕਬੂਲ ਜੀ ਗੱਲ ਇਹ ਹੈ, ਮੈਨੂੰ ਦਿਖਦਾ ਸੀ। ਬਿਲਕੁਲ ਸਹੀ ਹੈ ਤੁਹਾਡੀ ਗੱਲ ਕਿ ਲਾਕਡਾਊਨ ਦੇ ਵਿੱਚ ਇਹਨਾਂ ਨੇ ਅਗਰ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਰਾਤ ਨੂੰ ਦਿਨ ਰਾਤ ਇਹੀ ਕੀਤੀਆਂ, ਤਾਂ ਉੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਦਿਨ ਰਾਤ ਇੱਕ ਤਾਂ ਟ੍ਰੈਫਿਕ ਪੁਲਿਸ ਹੈ, ਇਹਦਾ ਮਤਲਬ ਉਹਨੂੰ ਆਪਦੀ ਡਿਊਟੀ ਦਾ ਨਹੀਂ ਪਤਾ ਜਾਂ ਉਹਦੇ ਨਾਲ ਰਲੇ ਹੋਏ ਹੈ। ਦੋਨਾਂ ਚੋਂ ਇੱਕ ਗੱਲ ਹੈ। ਉੱਥੇ ਥਾਣੇ ਦੀ ਜੁਰਿਸਡਿਕਸ਼ਨ ਹੈ ਜਿਹਦੀ, ਜਿਹੜਾ ਥਾਣਾ ਹੈ ਉੱਥੇ ਕੀ ਕਰ ਰਿਹਾ ਹੈ? ਰਾਤ ਦੀ ਡਿਊਟੀ ਜਿਹਨੂੰ ਤੁਸੀਂ ਕਹਿੰਦੇ ਹੋ, ਰਾਤ ਨੂੰ ਜਿਹੜੀ ਹੈ ਉਹ ਕੰਪੇਨ ਜਾਂਦੇ ਆ ਰਾਤ ਨੂੰ, ਇਹਨਾਂ ਦੀ ਅਲੱਗ ਡਿਊਟੀ ਹੁੰਦੀ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਹੈ ਪੈਟਰੋਲਿੰਗ ਕਰਨੀ ਹੈ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਦੇਖਣੀਆਂ ਕਿ ਸਹੀ ਸਲਾਮਤ ਹੈ, ਸ਼ਾਂਤੀਪੂਰਵਕ ਹੈ। ਉਹ ਕੀ ਕਰ ਰਹੇ ਹੈ? ਉਹਨਾਂ ਦੀ ਡਿਊਟੀ ਨਹੀਂ ਹੈ ਕਿ ਰਾਤ ਨੂੰ ਟਿੱਪਰ ਜਾ ਰਿਹਾ ਹੈ 12 ਵਜੇ, ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਕਿਉਂ ਜਾ ਰਿਹਾ ਹੈ? ਉਹਨੂੰ ਰੋਕ ਕੇ ਸਰ ਇੱਕ ਹੋਰ ਵੀ ਹੋ ਸਕਦਾ, ਉਹ ਟਿੱਪਰ ਦੇ ਮਿੱਟੀ ਦੇ ਵਿੱਚ ਕੁਝ ਹੋਰ ਵੀ ਹੋ ਸਕਦਾ। ਬਿਲਕੁਲ ਹੋ ਸਕਦਾ, ਨਸ਼ਾ, ਨਸ਼ੀਲਾ ਪਦਾਰਥ, ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਲੇਕਿਨ ਉੱਥੇ ਮਿਲੀ ਭੁਗਤ ਹੈ। ਬੜੀ ਕਲੀਅਰ ਗੱਲ ਹੈ ਕਿ ਮਿਲੀ ਭੁਗਤ ਤੋਂ ਬਿਨਾ ਰਾਤ ਦੇ 12 1 ਵਜੇ ਤੱਕ ਮਿੱਟੀ ਦੇ ਟਿੱਪਰ ਨਹੀਂ ਚੱਲ ਸਕਦੇ, ਖਾਸ ਤੌਰ ਤੇ ਲਾਕਡਾਊਨ 'ਚ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲਬਾਤ ਕੀਤੀ ਹੈ, ਇਹ ਹੈ ਲੋਕਾਂ ਦੇ ਹਿੱਤ ਦੀ ਗੱਲ ਹੈ, ਕਿਉਂਕਿ ਜਾਂ ਤਾਂ ਸਰਕਾਰ ਇਹਨਾਂ ਨੂੰ ਪਰਮਿਸ਼ਨਾਂ ਦੇਵੇ ਜਿਹੜੇ ਸਹੀ ਤਰੀਕੇ ਨਾਲ ਕੰਮ ਕਰਦੇ ਨੇ, ਤਾਂ ਜੋ ਜਿਹੜੀ ਇਹ ਮਿੱਟੀ ਹੈ ਇੰਨੀ ਮਹਿੰਗੀ ਮਿਲਦੀ ਆ ਸਾਰਿਆਂ ਨੂੰ ਵਾਜਬ ਰੇਟ ਤੇ ਮਿਲ ਸਕੇ ਤੇ ਕੰਮਕਾਰ ਵੀ ਚੱਲਦਾ ਰਹੇ। ਪਰ ਕੁਝ ਹੁਸ਼ਿਆਰ ਲੋਕ ਸਿਆਣੇ ਬਣਦੇ ਆ ਜਿਹੜੇ, ਉਹ ਲੋਕਾਂ ਨੂੰ ਲੁੱਟਣ ਤੇ ਲੱਗੇ ਹੋਏ ਨੇ। ਜਿਹੜੇ ਛੋਟੇ-ਮੋਟੇ ਜਿਹੜੇ ਕਾਰੋਬਾਰ ਕਰਦੇ ਆ ਕਰਕਰਾ ਸਾਹਿਬ, ਉਹ ਤਾਂ ਦਬ ਗਏ ਆ। ਕੁਝ ਵੱਡੇ ਧਨਾੜ ਆਪਣੇ ਆਪ ਨੂੰ ਜਿਹੜੇ ਕਹਿੰਦੇ ਸਿਰਫ ਸਾਡੇ ਟਿੱਪਰ ਚੱਲਣਗੇ, ਪਟਿਆਲੇ 'ਚ ਜਾਂ ਲੁਧਿਆਣੇ ਜਾਂ ਕਿਤੇ ਵੀ ਲਾ ਲਓ, ਉਹ ਇੱਕ ਕਿਸਮ ਦਾ ਡਰਾਬਾ ਵੀ ਦਿੰਦੇ ਆ, ਮੀਡੀਆ ਨੂੰ ਵੀ ਡਰਾਬਾ ਦਿੰਦੇ ਆ, ਅਫਸਰਾਂ ਨੂੰ ਮਿਲੀ ਭੁਗਤ ਕਰਕੇ ਵੀ ਸਾਡੀਆਂ ਜਿਹੜੀਆਂ ਇਹ ਨਾਕਾਮੀਆਂ ਨੇ, ਜਿਹੜੇ ਅਸੀਂ ਗਲਤ ਕੰਮ ਕਰਦੇ ਆ, ਲੋਕਾਂ ਸਾਹਮਣੇ ਨਾ ਆਉਣ। ਇੱਕ ਪਾਸੇ ਉਹ ਕਹਿੰਦੇ ਨੇ ਅਸੀਂ ਰਾਇਲਟੀ ਭਰੀ ਹੋਈ ਹੈ, ਅਸੀਂ ਕਿਹਾ ਵੀ ਭਰੀ ਹੋਈ ਹੈ, ਪਰ ਰਾਇਲਟੀ ਕਿਸ ਚੀਜ਼ ਦੀ ਭਰੀ ਹੋਈ ਹੈ? ਦੇਖੋ ਇੱਥੇ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਰਾਇਲਟੀ ਭਰੀ ਵੀ ਹੈ, ਮੰਨਦੇ ਹਾਂ ਅਸੀਂ, ਲੇਕਿਨ ਕਿਸ ਹੱਦ ਤੱਕ, ਕਿੱਥੋਂ ਤੱਕ, ਕਿਹੜੇ ਜੁਰਿਸਡਿਕਸ਼ਨ 'ਚ ਭਰੀ ਵੀ ਹੈ? ਇਹ ਥੋੜਾ ਕਿ ਇੰਡੀਆ ਦੇ ਵਿੱਚ ਜਿੱਥੇ ਵੀ ਜਾ ਕੇ ਇੱਥੋਂ ਚੱਕੋਗੇ ਮਿੱਟੀ ਤੇ ਜਾ ਕੇ ਕਰਨਾਟਕ ਲੈ ਜਾਓਗੇ, ਇਹ ਥੋੜਾ ਹੋ ਸਕਦਾ ਹੈ। ਨਾਲੇ ਸਰ ਮਤਲਬ ਮਾਈਨਿੰਗ ਡਿਪਾਰਟਮੈਂਟ ਦੱਸਦਾ ਵੀ ਇਹਨਾਂ ਨੇ ਭਰੀ ਆ ਉਹ ਸਿਰਫ ਤੇ ਸਿਰਫ ਰੇਲਵੇ ਟਰੈਕ, ਸਿਰਫ ਰੇਲਵੇ ਟਰੈਕ ਤੇ ਹੀ ਜਾਏਗਾ ਮਾਲ। ਅਗਰ ਮਿੱਟੀ ਜਾਏਗੀ ਤਾਂ ਜਿਹੜਾ ਤੁਹਾਨੂੰ ਪਿੰਡ ਦੱਸਿਆ, ਉਸ ਪਿੰਡ ਤੋਂ ਸਿਰਫ ਰੇਲਵੇ ਟਰੈਕ ਤੱਕ ਹੀ ਉਹਨਾਂ ਦੀ ਰਾਇਲਟੀ ਹੈ, ਅੱਗੇ ਪਿੱਛੇ ਨਹੀਂ ਹੈ। ਅਗਰ ਉਹ ਕਰਦੇ ਹੈ ਤਾਂ ਇਟ ਮੀਨਸ ਕਿ ਵਾਇਲੇਸ਼ਨ ਹੈ, ਉਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਜੀ। ਦਰਸ਼ਕਾਂ ਨੂੰ ਭਰਪੂਰ ਜਾਣਕਾਰੀ ਕਰਕਰਾ ਸਾਹਿਬ ਤੁਸੀਂ ਦਿੱਤੀ ਹੈ, ਤੇ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਾਂ ਤਾਂ ਸਾਰਿਆਂ ਲਈ ਕਾਨੂੰਨ ਬਰਾਬਰ ਹੋਵੇ। ਇਹ ਧਨਾੜ ਲੋਕ ਨੇ ਜਿਹੜੇ ਛੋਟਿਆਂ ਨੂੰ ਵੀ ਖਾਂਦੇ ਆ, ਉਹਨਾਂ ਦਾ ਕੰਮਕਾਰ ਜਿਹੜੇ ਠੱਪ ਕਰਦੇ ਆ ਤੇ ਆਪਣੀਆਂ ਜੇਬਾਂ ਭਰਦੇ ਆ। ਕਰਕਰਾ ਸਾਹਿਬ ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਦਾ A1 ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਅੱਜ ਮੈਨੂੰ ਇੱਥੇ ਬੁਲਾ ਕੇ ਲੋਕਾਂ ਦੇ ਰੂਬਰੂ ਕੀਤਾ। ਥੈਂਕ ਯੂ ਜੀ।